ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬੱਚੀ ਹਰਮਿਹਰ ਕੌਰ, ਤਵਲੀਨ ਕੌਰ, ਸ੍ਰੀ ਸੰਜੇ ਮਹਾਰਾਜ ਜੀ ਦਾ ਇਹ ਸਫਲ ਪਰਿਵਾਰ ਹੈ। ਵੀਰ ਸੁਖਪਾਲ ਸਿੰਘ ਦੀਆਂ ਪੋਤਰੀਆਂ ਔਰ ਬਰਖੁਰਦਾਰ ਜਪਵੀਰ ਸਿੰਘ ਦੀਆਂ ਇਹ ਬੱਚੀਆਂ ਹਨ। ਇਹਨਾਂ ਪਾਸੋਂ ਆਪ ਜੀ ਨੇ ਪਾਵਨ ਸ਼ਬਦ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੈ ਅਵਗਣਿਆ, ਇਹ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਜੀ ਬੱਚਿਆਂ ਦੀ ਕਾਲ ਸਫਲ ਕਰਨ, ਚਿਰੰਜੀਵਤਾ, ਭਾਗਸ਼ੀਲਤਾ, ਉੱਚ ਵਿਦਿਆ, ਸਫਲਤਾ ਦੀ ਦਾਤ ਨਾਲ ਨਿਵਾਜਣ ਤੋਂ ਆਪ ਦੇ ਚਰਨਾਂ ਵਿੱਚ ਬਿਨ੍ਹਾਂ ਹੈ। ਪਿਛਲੇ ਮਹੀਨੇ ਭਾਦੋ ਦੀ ਸੰਗਰਾਂਦ ਤੇ ਆਪ ਜੀ ਨੂੰ ਸ੍ਰੀਮਾਨ ਪਰਮ ਪੂਜ ਸੰਤ ਸੰਗਤ ਸਿੰਘ ਜੀ ਮਹਾਰਾਜ ਕਮਾਲੀਏ ਵਾਲੇ, ਉਹਨਾਂ ਦੇ ਜੀਵਨ ਬਾਰੇ ਕੁਝ ਬਚਨ ਬਿਨੇ ਕੀਤੇ ਸਨ। ਅੱਜ ਉਹਨਾਂ ਦੇ ਸ਼ਹਿਜ਼ਾਦੇ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ, ਉਹਨਾਂ ਦੇ ਜੀਵਨ ਬਾਰੇ ਕੁਝ ਬਿਨੈ ਕਰਨੀ ਹੈ ਕਿ ਆਪ ਸੰਤ ਪਿਤਾ ਜੀ ਦੇ ਰੱਬੀ ਦੇਸ਼ ਜਾਣ ਤੋਂ ਮਗਰੋਂ ਆਪ ਜੀ ਨੇ ਸੰਤ ਪਿਤਾ ਜੀ ਵਾਂਗ ਹੀ ਅੰਮ੍ਰਿਤਮੈ ਬਾਣੀ ਦੇ ਕਥਾ ਦੇ ਪ੍ਰਵਾਹ, ਸਤਸੰਗ ਦੇ ਪ੍ਰਵਾਹ ਨੂੰ ਜਿੱਥੇ ਜਾਰੀ ਰੱਖਿਆ, ਉੱਥੇ ਆਪ ਜੀ ਨੇ ਗ੍ਰਸਤ ਦੇ ਕਾਰਜ, ਖੇਤੀਬਾੜੀ ਦੇ ਕਾਰਜਾਂ ਨੂੰ ਵੀ ਬਾਖੂਬੀ ਨਿਭਾਇਆ। ਸਤ ਭਾਈ ਸ਼ਾਮੂ ਸਚਿਆਰ ਜੀ ਦੇ ਨਾਮ ਤੇ ਜੋ ਕਮਾਲੀਏ ਜ਼ਮੀਨ ਸੀ, ਦੇਸ਼ ਦੀ ਵੰਡ ਤੋਂ ਬਾਅਦ ਉਸ ਦੇ ਬਦਲੇ ਤੁਰਾਏ ਵਿਖੇ ਆਪ ਜੀ ਨੂੰ ਜ਼ਮੀਨ ਅਲਾਟ ਹੋਈ ਤੋਂ ਆਪ ਉੱਥੇ ਖੜੋ ਕੇ ਖੇਤੀ ਵੀ ਕਰਵਾਉਂਦੇ ਸਨ। ਸਵੇਰੇ ਪਟਿਆਲੇ ਸਤਸੰਗ ਨੂੰ ਨਿਭਾਉਣਾ, ਫਿਰ ਆਪ ਜੀ ਨੇ ਦੁਰਾਹੇ ਪਹੁੰਚ ਜਾਣਾ, ਉੱਥੇ ਸਾਰਾ ਦਿਨ ਖੇਤੀ ਦਾ ਕੰਮ ਕਰਾਉਣਾ ਤੇ ਸ਼ਾਮ ਨੂੰ ਫਿਰ ਪਟਿਆਲੇ ਸਤਸੰਗ ਵਿੱਚ ਆ ਹਾਜ਼ਰ ਹੋਣਾ। ਇਹ ਆਪ ਜੀ ਦਾ ਅਲੌਕਿਕ ਜੀਵਨ ਸੀ। ਜਦੋਂ ਬੱਚੇ ਬੱਚਿਆਂ ਨੂੰ ਗਰਮੀ ਵਿੱਚ ਸਕੂਲਾਂ ਕਾਲਜਾਂ ਵਿੱਚ ਛੁੱਟੀਆਂ ਹੋਣੀਆਂ, ਆਪ ਜੀ ਨੇ ਖਾਸ ਗੁਰਬਾਣੀ ਸੰਥਿਆ ਦੀ ਕਲਾਸ ਲਗਾਉਣੀ। ਇਸ ਵਿੱਚ 5 ਗ੍ਰੰਥੀ, 22 ਵਾਰਾਂ, ਭਗਤ ਬਾਣੀ ਇਹ ਪੜ੍ਹਾਈ ਜਾਂਦੀ ਸੀ ਤੇ ਆਪ ਜੀ ਪ੍ਰੇਮੀਆਂ ਨੂੰ ਸ੍ਰੀ ਸੂਰਜ ਪ੍ਰਕਾਸ਼ ਦੀ ਕਥਾ ਵੀ ਸਿਖਾਉਂਦੇ ਸਨ। ਆਪ ਜੀ ਦੇ ਮਨ ਵਿੱਚ ਬੜੀ ਹੀ ਤੀਬਰ ਇੱਛਾ ਹੁੰਦੀ ਸੀ ਕਿ ਸਾਡੇ ਸਤਸੰਗ ਵਿੱਚ ਕੋਈ ਵੀ ਐਸਾ ਪ੍ਰੇਮੀ ਨਾ ਹੋਵੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਾ ਕਰ ਸਕੇ। ਤੇ ਜਦੋਂ ਆਪ ਜੀ ਦੇ ਸੰਤ ਪਿਤਾ ਜੀ ਦਾ ਅਕਤੂਬਰ ਵਾਲਾ ਸਮਾਗਮ ਆਉਣ ਵਾਲਾ ਹੁੰਦਾ ਤਾਂ 2 ਮਹੀਨੇ ਪਹਿਲਾਂ ਹੀ ਆਪ ਸੰਧਿਆ ਸਮੇਂ ਦੇ ਦੀਵਾਨ ਵਿੱਚ ਗੁਰਬਾਣੀ ਦੀ ਸੰਥਿਆ ਆਰੰਭ ਕਰ ਦਿੰਦੇ ਸਨ। ਇੱਕ ਆਪ ਜੀ ਨੇ 11-12 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾ ਦਿੱਤੇ ਤੇ ਸੰਧਿਆ ਸਮੇਂ ਦੇ ਦੀਵਾਨ ਵਿੱਚ ਸ੍ਰੀ ਸੋਧਰ ਸਾਹਿਬ, ਸ੍ਰੀ ਆਰਤਾ ਸਾਹਿਬ ਤੋਂ ਮਗਰੋਂ ਘੰਟਾ ਸਵਾ ਘੰਟਾ ਗੁਰਬਾਣੀ ਦੀ ਹੀ ਸੰਥਿਆ ਕਰਵਾਉਣੀ। ਇਸ ਤਰ੍ਹਾਂ ਆਪ ਜੀ ਬਾਣੀ ਦਾ ਪ੍ਰਚਾਰ ਕਰਦੇ ਸਨ। ਫਿਰ ਆਪ ਜੀ ਦੇ ਮਨ ਵਿੱਚ ਸੰਗਤ ਦਾ ਬੜਾ ਹੀ ਸਤਿਕਾਰ ਸੀ। ਆਪ ਬੜਾ ਹੀ ਸੰਗਤ ਨੂੰ ਪਿਆਰ ਕਰਦੇ ਸਨ। ਫਰਮਾਉਂਦੇ ਸਨ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਦੋਂ ਸੰਗਤ ਦਾ ਬਾਹਰੋਂ ਕੋਈ ਆਪ ਜੀ ਨੂੰ ਪੱਤਰ ਆਉਣਾ, ਆਪ ਜੀ ਨੇ ਤੁਰੰਤ ਹੀ ਉਸ ਦਾ ਜਵਾਬ ਦੇਣਾ ਤੇ ਜੋ ਚਿੱਠੀ ਆਪ ਜੀ ਨੇ ਪੋਸਟ ਕਰਨੀ ਹੁੰਦੀ, ਜੇਕਰ ਸਮਾਂ ਵਧੀਕ ਹੋ ਜਾਂਦਾ ਤੇ ਕਿਸੇ ਪ੍ਰੇਮੀ ਨੂੰ ਕਹਿਣਾ, ਭਾਈ ਇਹ ਰੇਲਵੇ ਸਟੇਸ਼ਨ ਤੇ ਪੋਸਟ ਕਰਨੀ ਹੈ ਤਾਂ ਜੋ ਅੱਜ ਦੀ ਹੀ ਡਾਕ ਵਿੱਚ ਇਹ ਚਲੀ ਜਾਵੇ। ਇਤਨਾ ਸੰਗਤ ਦਾ ਆਪ ਖਿਆਲ ਰੱਖਦੇ ਸਨ। ਸੋ ਇਹ ਸਨ ਸਤਿਪੁਰਸ਼ਾਂ ਦੇ ਜੀਵਨ ਬਾਰੇ ਕੁਝ ਕੁ ਬਚਨ ਜੋ ਆਪ ਦੇ ਚਰਨਾਂ ਵਿੱਚ ਬਿਨੇ ਕੀਤੇ ਹਨ। ਆਓ ਹੁਣ ਸਤਿਗੁਰ ਦੇ ਦਰ ਤੋਂ ਮਹੀਨੇ ਦੇ ਨਾਮ ਦੀ ਦਾਤ ਵੀ ਲੈਣੀ ਹੈ ਤੇ ਉਸ ਦੀ ਵਿਚਾਰ ਦੀ ਮਿਹਰ ਵੀ ਪ੍ਰਾਪਤ ਕਰਨੀ ਹੈ ਤੇ ਮੁਖੋਂ ਜਪੀਏ ਸਤਨਾਮ
ਵਾਹਿਗੁਰੂ ਸਤਨਾਮ ਵਾਹਿਗੁਰੂ। ਮਹਾਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ, ਕਿਰਪਾ ਕਰੋ ਹਰੇ। ਸਾਧ ਸੰਗਤ ਜੀਓ, ਮਹੀਨੇ ਦਾ ਨਾਮ ਪ੍ਰਤੱਖਸ਼ਰੀ। ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੇ ਲਿਖ ਦਿੱਤਾ, ਤਰਨ ਗਗਨ ਨਵਖੰਡ ਮਹਿ, ਜੋਤ ਸਵਰੂਪੀ ਰਹਿਓ ਭਰ। ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰਿ। ਇਹ ਰੱਬ ਬੈਠਾ ਹੈ। ਆਓ ਰੱਬ ਦੀ ਰਸਨਾ ਤੋਂ ਹੱਥ ਜੋੜੋ, ਅੱਖਾਂ ਮੀਟੋ, ਅਦਬ ਵਿੱਚ ਆ ਜਾਓ। ਮਹੀਨੇ ਦਾ ਨਾਮ ਸੁਣੋ ਤੇ ਕਹੋ, ਓ ਪਾਤਸ਼ਾਹ, ਪਾ ਦੇ ਸਾਡੀ ਝੋਲੀ ਵਿੱਚ ਆਪਣੀ ਮਿਹਰ, ਆਪਣੀ ਬਖਸ਼ਿਸ਼, ਪਾ ਦੇ ਰਹਿਮਤ, ਕਰ ਦੇ ਦਾਤਾ। ਨਾਨਕ ਨਦਰੀ ਨਦਰ ਨਿਆ, ਨਾਨਕ ਨਦਰੀ ਨਦਰ ਨਿਆ। ਫਰਮਾਰੇ ਹਨ ਗੁਰਦੇਵ, 12 ਮਹਾ ਮਾਂਝ ਮਹੱਲਾ ਪੰਜਵਾਂ। ਘਰ ਚੌਥਾ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲਿਐ ਹਰ ਜਾਇ। ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੇ ਮਾਇ। ਸੰਤ ਸਾਈ ਪ੍ਰੇਮ ਕੇ, ਹੋ ਤਿਨ ਕੈ ਲਾਗਾ ਪਾਇ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਇ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਘਾਇ। ਆਪ ਤਿਆਗ ਬੇਨਤੀ ਕਰ ਹੈ, ਲਿਹੋ ਪ੍ਰਭੂ ਲੜ ਲੜ। ਜੋ ਹਰ ਕੰਤ ਮਿਲਾਈਆ, ਸੇ ਵਿਛੜ ਕਤਹਿ ਨਾ ਜਾਇ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸਰਨਾਇ। ਅਸੋ ਸੁਖੀ ਵਸੰਦੀਆ, ਜਿਨਾ ਮਿਆ ਹਰ ਰਾਇ। ਅਸੋ ਸੁਖੀ ਵਸੰਦੀਆ, ਜਿਨਾ ਮਿਆ ਹਰ ਰਾਇ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸੋ ਇਸੀ ਮਹੀਨੇ ਦਾ ਨਾਮ ਪ੍ਰਤੱਖ ਹਰੀ ਮੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਅੰਮ੍ਰਿਤਮੈ ਰਸਨਾ ਤੋਂ ਉਚਾਰਨ। ਹੁਣ ਇਸੇ ਹੀ ਬਾਣੀ ਦੀ ਵਿਚਾਰ ਜੋ ਗੁਰਮੁਖ ਸ੍ਰੀ ਸਾਂਝੀ ਮਹਾਰਾਜ ਸ਼੍ਰੀਮਾਨ ਪਰਮ ਪੂਜਿਆ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ, ਉਹਨਾਂ ਨੇ ਆਪਣੇ ਸਵੈ ਜੀਵਨ ਵਿੱਚ ਕੀਤੇ। ਉਹ ਅੰਮ੍ਰਿਤਮੈ ਬਚਨ ਪੁਸਤਕ ਹੈ ਕਥਾ ਸ੍ਰੀ 12 ਮਹਾ। ਉਸ ਪੁਸਤਕ ਵਿੱਚ ਉਹ ਅੰਮ੍ਰਿਤਮੈ ਬਚਨ ਛਪ ਚੁੱਕੇ ਹਨ। ਤਾਂ ਉਹਨਾਂ ਅੰਮ੍ਰਿਤਮੈ ਬਚਨਾਂ ਦੁਆਰਾ ਇਹ ਵਿਚਾਰ ਸਤਿਗੁਰ ਦੇ ਦਰ ਤੋਂ ਮਿਹਰ ਲਈਏ। ਮੁਖੋਂ ਜਪੀਏ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਫਰਮਾਰੇ ਹਨ ਸਤਪੁਰਸ਼, ਗੁਰਬਾਣੀ ਦਾ ਸਿਰਲੇਖ ਹੈ 12 ਮਹਾ। ਉਹ ਪਵਿੱਤਰ ਬਾਣੀ ਜੋ 12 ਮਹੀਨਿਆਂ ਦੇ ਪ੍ਰਥਾਏ ਮੇਰੇ ਗੁਰੂ ਪਰਮੇਸ਼ਰ ਨੇ ਆਪਣੀ ਪਾਵਨ ਰਸਨਾ ਤੋਂ ਉਚਾਰਨ ਕੀਤੀ। ਫਿਰ ਬਾਣੀ ਰਾਗ ਵਿੱਚ ਹੈ। ਇਸ ਬਾਣੀ ਦਾ ਰਾਗ ਕੀ ਹੈ? ਮਾਝ। ਫਿਰ ਦਾਤਾ ਕਿਹੜੇ ਹਨ ਜੋ ਬਖਸ਼ ਰਹੇ ਹਨ? ਮਹੱਲਾ ਪੰਜਵਾਂ। 5 ਨਹੀਂ ਪਾਠ ਕਰਨਾ, 4 ਨਹੀਂ ਕਹਿਣਾ। ਪਾਠ ਦੀ ਸ਼ੈਲੀ ਕੀ ਹੈ? ਪੰਜਵਾਂ, ਮਹੱਲਾ ਪੰਜਵਾਂ।
ਕੀਰਤਨ ਕਰਨ ਵਾਲੇ ਸੰਗੀਤਕਾਰਾਂ ਨੂੰ ਆਗਿਆ ਕਰ ਰਹੇ ਹਨ ਗੁਰਦੇਵ, ਇਸ ਬਾਣੀ ਨੂੰ ਤੁਸਾਂ ਨੇ ਚੌਥੇ ਘਰ ਵਿੱਚ ਗਾਉਣਾ ਹੈ। ਹੁਣ ਪਹਿਲੇ ਰੱਬ ਦੇ ਚਰਨਾਂ ਨੂੰ ਪੂਜਦੇ ਹਨ। ਸਾਡੇ ਧਰਮ ਵਿੱਚ ਕਿਸੇ ਦੇਵੀ ਦੇਵਤੇ ਦੀ ਉਪਾਸਨਾ ਨਹੀਂ, ਕਿਸੇ ਦਰਖਤ ਦੀ ਪੂਜਾ ਨਹੀਂ। ਸਿੱਖ ਧਰਮ ਕੇਵਲ ਇੱਕ ਰੱਬ ਦਾ ਪੁਜਾਰੀ ਹੈ। ਅਸੀਂ ਕਿਵੇਂ ਪੂਜਾ ਕਰਦੇ ਹਾਂ? ਇੱਕ ਓੰਕਾਰ ਸਤ ਗੁਰ ਪ੍ਰਸਾਦ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਗੁਰੂ ਨਾਨਕ ਦਾ ਰੱਬ ਇੱਕ ਹੈ। ਕਦੋਂ? ਜਦੋਂ ਉਹ ਨਿਰਗੁਣ ਬ੍ਰਹਮ ਸੀ। ਮੇਰੇ ਸ਼ਹਿਨशाह ਦਾ ਰੱਬ ਓੰਕਾਰ ਹੈ। ਕਦੋਂ? ਜਦੋਂ ਉਹ ਸਰਗੁਣ ਸੀ। ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਔਰ ਦੋਨੋਂ ਹੀ ਸਰੂਪਾਂ ਵਿੱਚ ਇੱਕ ਚੀਜ਼ ਜੋ ਸਾਂਝੀ ਸੀ, ਉਹ ਸੀ ਸਤ। ਉਹ ਨਿਰਗੁਣ ਸੀ ਤਦੋਂ ਵੀ ਸਤ ਸੀ, ਉਹ ਸਰਗੁਣ ਸੀ ਤਦੋਂ ਵੀ ਸਤ ਸੀ। ਉਹ ਮਿਲੇਗਾ ਕਿਵੇਂ? ਸਿੱਖ ਧਰਮ ਵਿੱਚ ਉਸ ਦੀ ਪ੍ਰਾਪਤੀ ਦਾ ਸਾਧਨ ਕੀ ਹੈ? ਉਹ ਹੈ ਗੁਰ ਪ੍ਰਸਾਦ। ਗੁਰ ਪ੍ਰਸਾਦ। ਇੱਥੇ ਨੱਕ ਰਗੜਿਆ ਕਰੋ, ਝੋਲੀ ਅੱਡਿਆ ਕਰੋ, ਮੈਂ ਵੀ ਤੇ ਤੁਸੀਂ ਵੀ। ਮੰਗਿਆ ਕਰੀਏ ਪ੍ਰਸਾਦ। ਪ੍ਰਸਾਦ ਦਾ ਅਰਥ ਹੈ ਬਖਸ਼ਿਸ਼, ਰਹਿਮਤ। ਜਿਸ ਕਿਸੇ ਨੂੰ ਮਿਲਿਆ ਉਹ ਗੁਰੂ ਕੀ ਬਖਸ਼ਿਸ਼ ਨਾਲ ਮਿਲੇ, ਸਾਧਨਾ ਨਾਲ ਨਹੀਂ। ਫਰਮਾਉਂਦੇ ਹਨ ਗੁਰਦੇਵ, ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ। ਜਿਤਨੇ ਅਸੀਂ ਸਾਧਨ ਕਰਦੇ ਹਾਂ, ਸਾਡੀ ਕੱਚੀ ਮੱਤ ਦੇ ਹੀ ਸਾਧਨ ਹਨ। ਉਹ ਮਿਲਦਾ ਹੈ ਕੇਵਲ ਬਖਸ਼ਿਸ਼ ਨਾਲ। ਕਿਸ ਦੀ ਬਖਸ਼ਿਸ਼ ਨਾਲ? ਗੁਰੂ ਦੀ ਬਖਸ਼ਿਸ਼ ਨਾਲ, ਦਸੋਂ ਪਾਤਸ਼ਾਹ ਦੀ ਬਖਸ਼ਿਸ਼ ਨਾਲ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਖਸ਼ਿਸ਼ ਨਾਲ, ਔਰ ਉਸੇ ਦਾ ਸਰੂਪ ਇਹ ਸਾਧ ਸੰਗਤ ਦੀ ਬਖਸ਼ਿਸ਼ ਨਾਲ। ਇਤਨਾ ਕਹਿ ਕੇ ਆਰੰਭ ਕਰਦੇ ਹਨ। ਫਰਮਾਉਂਦੇ ਹਨ, ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰ ਜਾਏ। ਮੇਰੇ ਅੰਦਰ ਰੱਬ ਦੇ ਪ੍ਰੇਮ ਨੇ ਉਛਾਲਾ ਮਾਰਿਆ, ਤੜਫਿਆ, ਉਛਲਿਆ। ਕਿਉਂ ਮਿਲੀਐ ਹਰ ਜਾਏ। ਉਸ ਰੱਬ ਨੂੰ, ਉਸ ਹਰੀ ਨੂੰ ਕਿਉਂ ਮਿਲੀ? ਕਿਵੇਂ ਮਿਲੀਏ? ਕਿਵੇਂ ਉਸ ਦੇ ਦਰਸ਼ਨ ਕਰੀਏ? ਕਿਵੇਂ ਉਸ ਦੇ ਚਰਨਾਂ ਵਿੱਚ ਪਹੁੰਚੀਏ? ਫਰਮਾਉਂਦੇ ਹਨ, ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੇ ਮਾਏ। ਮੇਰੇ ਮਨ ਅੰਦਰ, ਮੇਰੇ ਤਨ ਦੇ ਅੰਦਰ ਉਸ ਦੇ ਦਰਸ਼ਨਾਂ ਦੀ ਬਹੁਤ ਪਿਆਸ ਹੈ। ਜਿਵੇਂ ਪਿਆਸੇ ਨੂੰ ਬਹੁਤ ਲੱਗੇ ਪਿਆਸ ਤੇ ਮੰਗਦਾ ਹੈ ਜਲ, ਏਦਾਂ ਮੇਰੇ ਮਨ ਦੇ ਅੰਦਰ ਤੜਪ ਹੈ, ਤ੍ਰਿਖਾ ਹੈ ਉਸ ਦੇ ਦਰਸ਼ਨ ਦੀ। ਕੋਈ ਆਣ ਮਿਲਾਵੇ ਮਾਏ, ਕੋਈ ਆਣ ਮਿਲਾਵੇ ਮਾਏ। ਹੇ ਭਾਈ, ਕੋਈ ਹੈ ਇਸ ਸੰਸਾਰ ਵਿੱਚ ਜਿਹੜਾ ਮੈਨੂੰ ਉਸ ਪ੍ਰਭੂ ਦੇ ਚਰਨਾਂ ਨਾਲ ਮਿਲਾ ਦੇਵੇ? ਮਿਲਣ ਲਈ ਅਰਦਾਸ ਕਰਦੇ ਹਨ ਆਪ ਗੁਰੂ ਅਰਜਨ ਦੇਵ ਪਾਤਸ਼ਾਹ। ਕੋਈ ਜਨ ਹਰ ਸਿਓ ਦੇਵੈ ਜੋਰ, ਕੋਈ ਜਨ ਹਰ ਸਿਓ ਦੇਵੈ ਜੋਰ। ਚਰਨ ਗਹੋ ਬਕੋ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਕੋਈ ਆਣ ਮਿਲਾਵੇ ਮਾਏ,
ਕੋਈ ਆਣ ਮਿਲਾਵੇ ਮਾਇ। ਫਰਮਾਉਂਦੇ ਹਨ ਗੁਰਦੇਵ, ਸੰਤ ਸਾਈ ਪ੍ਰੇਮ ਕੇ ਹੋ ਤਨ ਕੈ ਲਾਗਾ ਪਾਏ। ਹਾਂ ਭਾਈ, ਮਿਲਾਣ ਵਾਲੇ ਹਨ। ਉਹ ਕੌਣ ਹਨ? ਉਹ ਹਨ ਸੰਤ। ਸੰਤ ਕੌਣ? ਜਿਸ ਦੇ ਅੰਦਰ ਤਿੰਨ ਚੀਜ਼ਾਂ ਹਨ। ਇੱਕ ਸਿਮਰਨ, ਦਿਨ ਤੇ ਰਾਤ ਉਹਨਾਂ ਦੇ ਅੰਦਰ ਏਦਾਂ ਸਿਮਰਨ ਦਾ ਪ੍ਰਵਾਹ ਚੱਲ ਰਿਹਾ ਹੈ ਜਿਵੇਂ ਗੰਗੋਤਰੀ ਤੋਂ ਗੰਗਾ ਚੱਲ ਰਹੀ ਹੈ। ਸੰਤ ਕੌਣ ਹੈ? ਜਿਸ ਦੇ ਅੰਦਰ ਨਿਮਰਤਾ ਹੈ। ਉਹ ਧਰਤੀ ਦੇ ਵਾਂਗ ਜ਼ਮੀਨ ਤੇ ਵਿਛਿਆ ਪਿਆ ਹੈ। ਸੰਤ ਕੌਣ ਹੈ? ਜਿਸ ਦੇ ਮਨ ਅੰਦਰ ਤਿਆਗ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਇਹ ਪਦਾਰਥ ਕੀ? ਸਭ ਤੋਂ ਵੱਡੀ ਚੀਜ਼, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਉਹ ਤਿਆਗ ਵਿੱਚ ਵਸਦਾ ਹੈ। ਉਹ ਗ੍ਰਹਿਣ ਵਿੱਚ ਨਹੀਂ। ਦੁਨੀਆ ਗ੍ਰਹਿਣ ਵਿੱਚ ਹੈ, ਉਹ ਤਿਆਗ ਵਿੱਚ ਹੈ। ਉਸ ਦਾ ਤਿਆਗ ਭੂਸ਼ਣ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਮੋਹ ਮਾਇਆ ਕੈ ਸੰਗ ਨਾ ਲੇਪ। ਕੋਈ ਪਦਾਰਥ ਉਸ ਨੂੰ ਪ੍ਰਲੋਭਨ ਨਹੀਂ ਕਰ ਸਕਦਾ। ਕੋਈ ਚੀਜ਼ ਉਸ ਨੂੰ ਆਪਣੇ ਵੱਲ ਖਿੱਚ ਨਹੀਂ ਸਕਦੀ। ਉਸ ਦਾ ਦਾਤਾ ਕਹਿ ਰਿਹਾ ਹੈ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਇਹ ਮਹਾਂਪੁਰਸ਼ ਜਿਸ ਵਿੱਚ ਤਿੰਨ ਗੁਣ ਹਨ। ਭੇਖ ਸੰਤ ਨਹੀਂ, ਰੂਪ ਸੰਤ ਨਹੀਂ। ਸੰਤ ਤੇ ਉਹ ਹੈ ਜਿਸ ਦੇ ਗੁਣ ਸੰਤ ਹਨ, ਜਿਸ ਦਾ ਜੀਵਨ ਸੰਤ ਹੈ, ਜਿਸ ਦੇ ਕਰਮ ਸੰਤ ਵਾਲੇ ਹਨ। ਜਿਹੜਾ ਪੈਸਾ ਮੰਗਦਾ ਹੈ ਉਹ ਕਾਲਾ ਸੰਤ। ਉਹ ਤੇ ਰਾਜ ਵੀ ਨਹੀਂ ਮੰਗਦਾ, ਉਹ ਮੁਕਤੀ ਵੀ ਨਹੀਂ ਮੰਗਦਾ। ਉਹ ਇੱਕ ਚੀਜ਼ ਹੀ ਮੰਗਦਾ ਹੈ, ਮਨ ਪ੍ਰੀਤ ਚਰਨ ਕਮਲਾਰੇ, ਮਨ ਪ੍ਰੀਤ ਚਰਨ ਕਮਲਾਰ, ਮਨ ਪ੍ਰੀਤ ਚਰਨ ਕਮਲਾਰੇ, ਮਨ ਪ੍ਰੀਤ ਚਰਨ ਕਮਲਾਰੇ। ਰਾਜ ਨ ਚਾਹੋ ਮੁਕਤ ਨ ਚਾਹੋ, ਰਾਜ ਨ ਚਾਹੋ ਮੁਕਤ ਨ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਮਨ ਪ੍ਰੀਤ ਚਰਨ ਕਮਲਾਰੇ। ਇਹ ਹਨ ਸੰਤ। ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੈ ਲਾਗਾ ਪਾਏ। ਇਸ ਪ੍ਰੇਮ ਦੇ ਮਾਰਗ ਵਿੱਚ, ਵਾਹਿਗੁਰੂ ਦੇ ਪ੍ਰੇਮ ਦੇ ਮਾਰਗ ਵਿੱਚ ਕੋਈ ਮਦਦ ਕਰ ਸਕਦਾ ਹੈ? ਉਹ ਕੇਵਲ ਪੂਰਨ ਮਹਾਂਪੁਰਸ਼ ਹਨ। ਹੋ ਤਿਨ ਕੈ ਲਾਗਾ ਪਾਏ। ਮੈਂ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਡਿੱਗ ਪਿਆ, ਠਹਿ ਪਿਆ। ਟਹਿਤ ਟਹਿਤ ਅਬ ਠਹਿ ਪਰੇ, ਸਾਧ ਜਨਾ ਸਰਨਾਏ। ਟਹਿਤ ਟਹਿਤ ਅਬ ਠਹਿ ਪਰੇ, ਸਾਧ ਜਨਾ ਸਰਨਾਏ। ਡਿੱਗੋ ਨਾ, ਅੰਦਰੋਂ ਡਿੱਗੋ ਮਨ ਕਰਕੇ। ਟਹਿਤ ਟਹਿਤ ਅਬ ਠਹਿ ਪਰੇ, ਸਾਧ ਜਨਾ ਸਰਨਾਏ। ਟਹਿ ਪੈ ਗਿਆ ਉਹਨਾਂ ਦੇ ਚਰਨਾਂ ਵਿੱਚ, ਲਮਲੇਟ ਹੋ ਗਿਆ। ਫਿਰ ਫਰਮਾਉਂਦੇ ਹਨ, ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀ ਜਾਏ। ਕਹਿੰਦੇ ਹਨ, ਇਸ ਸੰਸਾਰ ਵਿੱਚ ਜਿਸ ਤਰ੍ਹਾਂ ਪਿਆਸੇ ਨੂੰ ਜਲ ਤੋਂ ਬਿਨਾ ਕੁਝ ਨਹੀਂ ਚਾਹੀਦਾ, ਚਕੋਰ ਨੂੰ ਚੰਦ ਤੋਂ ਬਿਨਾ ਕੁਝ ਲੋੜ ਨਹੀਂ,
ਮੋਰ ਨੂੰ ਬੱਦਲ ਤੋਂ ਬਿਨਾਂ ਕੁਝ ਨਹੀਂ ਚਾਹੀਦਾ, ਇਵੇਂ ਮੈਨੂੰ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਲੋੜ ਨਹੀਂ। ਨਾ ਘਰ ਵਿੱਚੋਂ ਸੁੱਖ ਹੈ, ਨਾ ਪਦਾਰਥਾਂ ਵਿੱਚੋਂ ਸੁੱਖ ਹੈ, ਨਾ ਮਿੱਤਰਾਂ ਤੇ ਸੱਜਣਾ ਵਿੱਚ ਸੁੱਖ ਹੈ। ਮੇਰੇ ਸੁੱਖਾਂ ਦਾ ਦਾਤਾ ਜੋ ਹੈ ਉਹ ਕੇਵਲ ਹੈ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਜਲ ਥਲ ਨੀਰ ਭਰੇ, ਸੀਤਲ ਪਵਨ ਚੁਲਾਰ ਦੇ। ਸੇਜੜੀਆ ਸੋਵਨ ਹੀਰੇ ਲਾਲ ਜੜੰਦੀਆ। ਸੁਬਰ ਕੱਪੜ ਭੋ, ਨਾਨਕ ਪਿਰੀ ਵਿਹੂਣੀ ਤਤੀਆ। ਕਹਿੰਦੇ ਹਨ ਮੈਨੂੰ ਅੱਗ ਲੱਗ ਰਹੀ, ਧਣੀ ਵਿਹੂਣਾ ਪਾਠ ਪਟੰਬਰ ਪਾਹੀ ਸੇਤੀ ਜਾਲੇ। ਮੇਰੇ ਸੁਖ ਦਾ ਨਿਸ਼ਾਨਾ ਕੌਣ ਹੈ? ਇੱਕ ਹੀ ਜਗ੍ਹਾ ਹੈ ਜਿੱਥੇ ਮੈਨੂੰ ਸੁਖ ਹੈ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਫਰਮਾਉਂਦੇ ਹਨ ਮੇਰੇ ਮਾਲਕ, ਉਹ ਸਾਧ ਸੰਗਤ ਜੀ, ਜਿਨ੍ਹਾਂ ਦੀ ਆਤਮਾ ਨੂੰ ਆ ਗਿਆ ਪ੍ਰੇਮ ਦਾ ਸਵਾਦ, ਨਾ ਹੁਣ ਉਹਨਾਂ ਨੂੰ ਸੰਸਾਰ ਦੇ ਪਦਾਰਥਾਂ ਦੀ ਲੋੜ ਹੈ, ਨਾ ਮਰ ਕੇ ਪਰਲੋਕ ਦੇ ਪਦਾਰਥਾਂ ਦੀ ਲੋੜ ਹੈ। ਉਹ ਤਾਂ ਸਾਈਂ ਦੇ ਪ੍ਰੇਮ ਵਿੱਚ ਮਗਨ ਹਨ। ਬਗਨ ਪਿਓ ਪ੍ਰੇਮ ਸਿਓ, ਸੂਦ ਨ ਸਿਮਰਤ ਅੰਗ। ਉਹ ਮਗਨ ਹਨ, ਕਿਸੇ ਚੀਜ਼ ਦੀ ਉਹਨਾਂ ਨੂੰ ਆਸ਼ਾ ਨਹੀਂ। ਆਪ ਤਿਆਗ ਬਿਨਤੀ ਕਰਹਿ, ਲਿਹੋ ਪ੍ਰਭੂ ਲੜ ਲਾਇ। ਕਹਿੰਦੇ ਹਨ ਉਹਨਾਂ ਨੇ ਪ੍ਰਾਪਤ ਕਿਵੇਂ ਕੀਤਾ? ਉਹਨਾਂ ਦੇ ਮਿਲਣ ਦਾ ਤਰੀਕਾ ਕੀ ਸੀ? ਕੁਝ ਨਹੀਂ। ਪਹਿਲੇ ਉਹਨਾਂ ਨੇ ਅਹੰਕਾਰ ਤਿਆਗਿਆ, ਧਨ ਦਾ ਅਹੰਕਾਰ, ਸੁੰਦਰਤਾ ਦਾ ਅਹੰਕਾਰ, ਜੋਬਨ ਦਾ ਅਹੰਕਾਰ, ਗੁਣਾਂ ਦਾ ਅਹੰਕਾਰ, ਆਪਣੀਆਂ ਖੂਬੀਆਂ ਦਾ ਅਹੰਕਾਰ ਸਭ ਛੱਡ ਦਿੱਤਾ। ਆਪ ਤਿਆਗ, ਇਹ ਪਹਿਲੀ ਚੀਜ਼, ਇਹ ਪਹਿਲਾ ਕਦਮ ਹੈ। ਹਉ ਦੂਰ ਕਰ ਦਿੱਤੀ, ਨਿਮਰਤਾ ਵਿੱਚ ਚਲੇ ਗਏ। ਫਿਰ ਹੱਥ ਜੋੜ ਲਏ। ਹੱਥ ਜੋੜ ਕੇ ਕੀ ਕਹਿੰਦੇ ਹਨ? ਲਿਹੋ ਪ੍ਰਭੂ ਲੜ ਲਾਇ, ਲਿਹੋ ਪ੍ਰਭੂ ਲੜ ਲਾਇ। ਹੇ ਪ੍ਰਭੂ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬੈਣਾ। ਲਿਹੋ ਪ੍ਰਭੂ ਲੜ ਲਾਇ, ਲਿਹੋ ਪ੍ਰਭੂ ਲੜ ਲਾਇ। ਜੇ ਭੁੱਲੀ ਜੇ ਚੁੱਕੀ ਸਾਈਂ, ਪੀ ਤਹਿੰਜੀ ਕਾਢੀਆ। ਸਭ ਸੁਹਾਗਣ ਮਾਣ ਹੈ ਰਲਿਆ, ਇੱਕ ਦੇਵੋ ਰਾਤ ਮਰਾਰੀ। ਲਿਹੋ ਪ੍ਰਭੂ ਲੜ ਲਾਇ, ਲਿਹੋ ਪ੍ਰਭੂ ਲੜ ਲਾਇ। ਜਬ ਤੱਕ ਆਪ ਹੈ ਤਦ ਤੱਕ ਬੇਨਤੀ ਪਰਵਾਹ ਨਹੀਂ। ਜਿਸ ਹਿਰਦੇ ਵਿੱਚ ਆਪ ਵਸਦਾ ਹੈ ਉਸ ਦੀ ਕੋਈ ਅਰਦਾਸ, ਉਸ ਦਾ ਕੋਈ ਪਾਠ, ਉਸ ਦਾ ਕੋਈ ਸਿਮਰਨ, ਉਸ ਦਾ ਕੋਈ ਕੀਰਤਨ ਦੁਨੀਆ ਤਾਂ ਸੁਣੇਗੀ, ਪਰ ਵਾਹਿਗੁਰੂ ਪਰਵਾਹ ਨਹੀਂ ਕਰੇਗਾ। ਅਹੰਕਾਰੀਆ ਨਿੰਦਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਕੀਰਤਨ ਹੋ ਰਿਹਾ ਹੈ, 16 ਆਦਮੀ ਸੰਗੀਤ ਕਰ ਰਹੇ ਹਨ, ਵਿਸ਼ਨ ਪਦੇ ਗਾਏ ਜਾ ਰਹੇ ਹਨ, ਪਰ ਕਿਉਂ ਭਗਵਾਨ ਨੇ ਪਿੱਠ ਦੇ ਦਿੱਤੀ? ਕਹਿੰਦੇ ਹਨ ਕਾਰਨ ਕੀ ਹੈ? ਦੱਸਦੇ ਹਨ ਕਾਰਨ ਇਹ ਸੀ ਕਿ ਉਹਨਾਂ ਦੇ ਅੰਦਰ
ਅਹੰਕਾਰ ਸੀ। ਹਰ ਜੀਓ ਹੰਕਾਰ ਨਾ ਪਾਵਈ, ਵੇਦ ਕੂਕ ਸੁਣਾਵਹਿ। ਆਓ ਜਾਚ ਸਿੱਖੀਏ। ਜੀਵਨ ਪਤਾ ਨਹੀਂ ਕਦੋਂ ਮੁੱਕ ਜਾਣਾ ਹੈ। ਇਹ ਰਹਿਣ ਵਾਲੀ ਚੀਜ਼ ਨਹੀਂ, ਇਸ ਨੇ ਖਤਮ ਹੋ ਜਾਣਾ ਹੈ। ਕਿਸ ਵੇਲੇ ਹੋਣਾ ਹੈ ਇਹ ਵੀ ਸਾਨੂੰ ਪਤਾ ਨਹੀਂ। ਆਪ ਤਿਆਗ ਬੇਨਤੀ ਕਰ ਹੈ, ਲਿਹੋ ਪ੍ਰਭੂ ਲੜ ਲਾਇ। ਆਪ ਤਿਆਗ ਬੇਨਤੀ ਕਰ ਹੈ, ਲਿਹੋ ਪ੍ਰਭੂ ਲੜ ਲਾਇ। ਇੱਕ ਪਾਸੇ ਆਪਣੀ ਅਲਬਗਤਾ ਹੈ, ਦੂਜੇ ਪਾਸੇ ਵਾਹਿਗੁਰੂ ਦੀ ਸਰਬਗਤਾ ਹੈ। ਇਹਨਾਂ ਦੋਨਾਂ ਦਾ ਸੰਗਮ ਹੈ। संगम की है। माधो हम ऐसे तू ऐसा, हम पापी तुम पाप खंडन, नीको ठाकुर देसा। लेहो प्रभु लड़ लाए, लेहो प्रभु लड़ लाए। ले जानी ਇਹ ਦਾਤ ਜਿਵੇਂ ਸਵਾਸ ਚੱਲ ਰਹੇ ਹਨ, ਅੰਦਰ ਹਰ ਵੇਲੇ ਮਨ ਦੇ ਇਹ ਭਾਵ ਚੱਲਦਾ ਰਹੇ। ਲਿਹੋ ਪ੍ਰਭੂ ਲੜ ਲਾਇ, ਲਿਹੋ ਪ੍ਰਭੂ ਲੜ ਲਾਇ। ਜੋ ਹਰ ਕੰਤ ਮਿਲਾਈਆ, ਸੇ ਵਿਛੜ ਕਤਹਿ ਨਾ ਜਾਏ। ਅਰਦਾਸ ਸੁਣੀ ਗਈ ਕਿਹੜੀ? ਜਿਹੜੀ ਆਪ ਤੋਂ ਰਹਿਤ ਸੀ, ਜਿਸ ਵਿੱਚ ਆਪਾ ਭਾਵ ਖਤਮ ਹੋ ਚੁੱਕਾ ਸੀ। ਸਾਈਂ ਨੇ ਮਿਲਾ ਲਿਆ, ਔਰ ਐਸਾ ਮਿਲਾਇਆ ਕਿ ਫਿਰ ਵਿਛੋੜਿਆ ਨਹੀਂ। ਇਹ ਮੇਲ ਇੱਕ ਸਮੇਂ ਲਈ ਨਹੀਂ ਸੀ, ਇਹ ਸदैवी ਮੇਲ ਸੀ। ਵਿਛੜ ਕਤਹਿ ਨਾ ਜਾਏ, ਫਿਰ ਵਿਛੋੜੀ ਨਹੀਂ ਤੇ ਸਦਾ ਲਈ ਆਪਣੇ ਵਿੱਚ ਅਭੇਦ ਕਰ ਲਈ। ਔਰ ਫਿਰ ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ। ਹੁਣ ਇਸ ਦੁਨੀਆ ਵਿੱਚ, ਇਸ ਸੰਸਾਰ ਵਿੱਚ ਮੇਰਾ ਵਾਹਿਗੁਰੂ ਤੋਂ ਬਿਨਾ ਕੋਈ ਵੀ ਮਾਲਕ ਨਹੀਂ, ਕੋਈ ਵੀ ਰੱਖਿਅਕ ਨਹੀਂ, ਕੋਈ ਵੀ ਮੇਰਾ ਸਹਾਇਤਕਾਰੀ ਨਹੀਂ। ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਔਰ ਫਿਰ ਨਾਨਕ ਹਰ ਸਰਣਾਏ, ਨਾਨਕ ਹਰ ਸਰਣਾਏ। हे ਪਾਤਸ਼ਾਹ, ਮੇਰੇ ਕੋਲ ਕੁਝ ਵੀ ਨਹੀਂ, ਲੈ ਮੈਂ ਤੇਰੇ ਚਰਨਾਂ ਤੇ ਡਿੱਗ ਪਈ ਹਾਂ। ਤੇਰੀ ਸ਼ਰਨ ਵਿੱਚ, ਤੇਰੇ ਦਰ ਤੇ ਠਹਿ ਪਈ ਹਾਂ। ਫਿਰ ਅਸੂ ਸੁਖੀ ਵਸੰਦੀਆ, ਜਿਨਾ ਮਿਆ ਹਰ ਰਾਏ। ਅਸੂ ਸੁਖੀ ਵਸੰਦੀਆ, ਜਿਨਾ ਮਿਆ ਹਰ ਰਾਏ। ਜਿਨ੍ਹਾਂ ਤੇ ਮੇਰੇ ਵਾਹਿਗੁਰੂ ਦੀ ਹੋਵੇਗੀ ਬਖਸ਼ਿਸ਼, ਉਹਨਾਂ ਨੂੰ ਦਾਤ ਕੀ ਮਿਲੇਗੀ? ਅਸੋ ਸੁਖੀ ਵਸੰਦੀਆ। ਜਦ ਤੱਕ ਇਸ ਸੰਸਾਰ ਵਿੱਚ ਹਨ ਸਦਾ ਸੁਖੀ ਹਨ, ਜਦ ਮਰ ਜਾਣਗੇ ਉੱਥੇ ਵੀ ਸੁਖੀ। ਦੋਨਾਂ ਹੀ ਅਸਥਾਨਾਂ ਤੇ ਸੁਖ ਹੀ ਸੁਖ ਹੈ। ਪਰ ਜਿਨ੍ਹਾਂ ਤੇ ਮਿਆ ਹੋਵੇਗੀ, ਮਿਆ ਕਿਹਨਾਂ ਤੇ ਹੋਵੇਗੀ? ਪਾਠਾਂ ਵਾਲਿਆਂ ਤੇ ਨਹੀਂ। ਮਿਆ ਕਿਹਨਾਂ ਤੇ ਹੋਵੇਗੀ? ਆਪ ਤਿਆਗ ਬੇਨਤੀ ਕਰ ਹੈ, ਲਿਹੋ ਪ੍ਰਭੂ ਲੜ ਲਾਇ, ਲਿਹੋ ਪ੍ਰਭੂ ਲੜ ਲਾਇ। ਇਹ ਦਾਤ, ਇਹ ਅੰਦਰ ਚਲੇਗੀ ਧਾਰਾ, ਉਹਨਾਂ ਤੇ ਹੋਵੇਗੀ ਮਿਆ। ਜਿਨ੍ਹਾਂ ਤੇ ਹੋਵੇਗੀ ਮਿਆ, ਉਹਨਾਂ ਦਾ ਲੋਕ ਪਰਲੋਕ ਹੋ ਜਾਵੇਗਾ ਸੁਖੀ ਤੇ ਸੁਹਿਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਇਸੇ ਮਹੀਨੇ ਦਾ ਨਾਮ ਔਰ ਉਸ ਦੀ ਵਿਚਾਰ ਗੁਰਮੁਖ ਸ੍ਰੀ ਸੰਜੀਵ ਮਹਾਰਾਜ ਜੀ ਨੇ ਜੋ ਆਪਣੇ ਸਵੈ ਜੀਵਨ ਵਿੱਚ ਕੀਤੀ, ਤਿਨਾਂ ਦੀ ਪਵਿੱਤਰ ਪਾਵਨ ਰਚਨਾ ਕਥਾ ਸ੍ਰੀ 12 ਮਾਹ ਦੁਆਰਾ ਦਾਤ ਮਿਲੀ। ਹੁਣ ਆਪ ਜੀ ਨੂੰ ਸਾਧ ਸੰਗਤ ਦੀਆਂ ਬੱਚੇ ਬੱਚੀਆਂ ਅੰਮ੍ਰਿਤਮੈ ਨਾਮ ਜਪ ਸਿਮਰਨ ਨਾਲ ਨਿਹਾਲ ਕਰਨਗੇ। ਆਓ ਸਤਿਗੁਰੂ ਦੇ ਦਰ ਤੋਂ ਦਾਤ ਲਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਅੱਜ ਅਸੂ ਦੇ ਸੰਗਰਾਮ ਦੇ ਨਿਰਮਲ ਭਾਵਾਂ ਸਹਿਤ ਆਪ ਜੀ ਨੇ ਸ੍ਰੀ ਸੰਜੀ ਮਹਾਰਾਜ ਜੀ ਦੇ ਸਫਲ ਪਰਿਵਾਰ ਮੱਚੀ ਹਰਮੇਹਰ ਕੋ ਤਵਲੀਨ ਕੋ ਜੀ ਪਾਸੋਂ ਅੰਮ੍ਰਿਤਮੈ ਸ਼ਬਦ ਸਰਵਣ ਕੀਤੇ। ਫਿਰ ਮਹੀਨੇ ਦਾ ਨਾਮ ਬਖਸ਼ਿਸ਼ ਹੋਇਆ। ਫਿਰ ਉਸ ਦੀ ਪਾਵਨ ਵਿਚਾਰ ਜੋ ਗੁਰਮੁਖ ਸ੍ਰੀ ਸੰਜੀ ਮਹਾਰਾਜ ਜੀ ਨੇ ਆਪਣੇ ਸਵੈ ਜੀਵਨ ਵਿੱਚ ਕੀਤੀ, ਉਸ ਦੀ ਦਾਤ ਪਿਤਰ ਭਾਵਾਂ ਰਚਨਾ ਕਥਾ ਸ੍ਰੀ 12 ਮਾਹ ਦੁਆਰਾ ਦਾਤ ਮਿਲੀ। ਔਰ ਫਿਰ ਸਾਧ ਸੰਗਤ ਦੇ ਬੱਚੇ ਬੱਚਿਆਂ ਨੇ ਆਪ ਨੂੰ ਨਾਮ ਜਪ ਸਿਮਰਨ ਨਾਲ ਨਿਹਾਲ ਕੀਤਾ ਹੈ। ਤੋ ਸਤਿਗੁਰੂ ਜੀ ਸਰਬੱਤ ਦੀ ਕਾਲ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਵਧੀਕ ਚਾਓ ਵਧੀਕ ਸਰਸਤਾ ਦੀ ਬਖਸ਼ਿਸ਼ ਕਰਨ ਔਰ ਮਹਾਰਾਜ ਮਿਹਰ ਕਰਨ। ਨਾਨਕ ਨਦਰੀ ਨਦਰ ਨਿਹਾ, ਨਾਨਕ ਨਦਰੀ ਨਦਰ ਨਿਹਾ। ਸਭ ਦੇ ਝੋਲ ਆਪਣੀਆਂ ਮਿਹਰਾਂ ਨਾਲ ਭਰਨ। ਔਰ ਜੋ ਮਹੀਨਾ ਉਦਿਆ ਹੋਇਆ ਹੈ ਸਰਬ ਸਾਧ ਸੰਗਤ ਦਾ ਖੁਸ਼ੀਆਂ ਵਾਲਾ, ਖੇੜਿਆਂ ਵਾਲਾ, ਬਰਕਤਾਂ ਵਾਲਾ ਹੋਏ। ਤੇ ਸਤਿਗੁਰੂ ਜੀ ਸਤਿਪੁਰਸ਼ਾਂ ਦੇ ਪਰਿਵਾਰ ਨੂੰ ਜੋ ਇਹ ਮਹਾਨ ਕਾਲ ਕਰ ਰਹੇ ਹਨ, ਆਪ ਜੀ ਤੱਕ ਇਹ ਪ੍ਰੋਗਰਾਮ ਪਹੁੰਚਾ ਰਹੇ ਹਨ। ਸਤਿਗੁਰੂ ਜੀ ਸਾਰਿਆਂ ਦੀ ਕਾਲ ਦਰ ਪ੍ਰਵਾਨ ਕਰ ਲੈਣ। ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।